students, welcome back to Stars of Knowledge London channel. Guys, ਅੱਜ ਦੀ ਵੀਡੀਓ ਦੇ ਵਿੱਚ I'll give you some essential tips for your formal, informal and semi-formal writing for journal training task 1. So let's start this video. So students, ਆਪਾਂ ਸ਼ੁਰੂ ਕਰਨ ਜਾ ਰਹੇ ਹਾਂ formal letter, semi-formal letter and informal letter. ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਕੁਐਸਚਨ ਆਣਾ ਆ ਤੁਸੀਂ ਆਇਡੈਂਟੀਫਾਈ ਕਰਨਾ ਆ ਕਿ ਉਹ ਕਿਹੜੀ ਲੈਟਰ ਫਾਰਮਲ ਆ ਇਨਫਾਰਮਲ ਆ ਕਿ ਸੈਮੀ ਆ ਐਂਡ ਸੈਕੰਡ ਚੀਜ਼ ਇਹਦੀ ਸਟਾਰਟਿੰਗ ਤੇ ਇਹਦੀ ਐਂਡਿੰਗ ਬਹੁਤ ਇੰਪੋਰਟੈਂਟ ਆ ਕਿਉਂਕਿ ਜਦੋਂ ਆਪਾਂ ਲੈਟਰ ਕਿਸੇ ਫਰੈਂਡ ਨੂੰ ਲਿਖਦੇ ਆ ਤੇ ਆਪਾਂ ਥੋੜੇ ਕੈਜੂਅਲ ਹੁੰਨੇ ਆ ਕੋਈ ਸੁਪੀਰੀਅਰ ਨੂੰ ਲਿਖਦੇ ਆ ਵਰਕ ਪਲੇਸ ਵਿੱਚ ਜਾਂ ਕਿਸੇ ਟੀਚਰ ਨੂੰ ਤਾਂ ਥੋੜੀ ਡਿਫਰੈਂਟ ਹੁੰਦੀ ਆ ਸੋ ਆਪਾਂ ਇਸ ਚੀਜ਼ ਨੂੰ ਬਹੁਤ ਧਿਆਨ ਦੇ ਵਿੱਚ ਰੱਖਣਾ ਹੈ ਸੋ ਸਭ ਤੋਂ ਪਹਿਲਾਂ ਫਾਰਮਲ ਲੈਟਰ ਕੀ ਹੁੰਦੀ ਆ ਗਾਇਜ਼ ਫਾਰਮਲ ਲੈਟਰਸ ਆਪਾਂ ਉਸ ਇਨਸਾਨ ਨੂੰ ਲਿਖਦੇ ਆ ਉਸ ਪਰਸਨ ਨੂੰ ਲਿਖਦੇ ਆ ਜੋ ਕਿ ਤੁਹਾਡਾ ਫਰੈਂਡ ਨਾ ਹੋਵੇ ਠੀਕ ਹੈ ਤੇ ਤੁਸੀਂ ਉਸ ਪਰਸਨ ਨੂੰ ਜਾਣਦੇ ਨਾ ਹੋ ਯੂ ਡੋਂਟ ਨੋ ਦੈਟ ਪਰਸਨ ਵੈਰੀ ਵੈਲ ਐਂਡ ਇਨ ਦਿਸ ਲੈਟਰ ਯੋਰ ਟੋਨ ਆਫ ਵੌਇਸ ਯੋਰ ਟੋਨ ਆਫ ਰਾਈਟਿੰਗ ਮਸਟ ਬੀ ਰਿਸਪੈਕਟਫੁਲ ਸੋ ਜਿਹੜੀ ਤੁਸੀਂ ਲੈਟਰ ਲਿਖਣੀ ਆ ਉਹ ਪੂਰੀ ਰਿਸਪੈਕਟਫੁਲ ਹੋਣੀ ਚਾਹੀਦੀ ਆ ਸਾਹਮਣੇ ਵਾਲੇ ਪਰਸਨ ਨੂੰ ਤੁਸੀਂ ਕੰਪਲੀਟ ਰਿਸਪੈਕਟ ਦੇਣੀ ਆ ਤੁਹਾਡੇ ਵਰਡਸ ਤੋਂ ਰਿਸਪੈਕਟ ਚੱਲਣੀ ਚਾਹੀਦੀ ਆ ਐਂਡ ਜਿਹੜੀ ਵੋਕੈਬਲਰੀ ਆਪਾਂ ਇਹਦੇ ਵਿੱਚ ਯੂਜ਼ ਕਰਨੀ ਆ ਦੈਟ ਸ਼ੁੱਡ ਬੀ ਹੈਵੀ ਸੈਂਟੈਂਸ ਲਾਰਜ ਐਂਡ ਕੰਪਲੈਕਸ ਹੋਣੇ ਚਾਹੀਦੇ ਆ ਸੋ ਇਹ ਚੀਜ਼ ਧਿਆਨ 'ਚ ਰੱਖਣੀ ਆ ਕਿ ਫਾਰਮਲ ਲੈਟਰ ਉਹ ਹੁੰਦੀ ਆ ਜਿਹੜੀ ਆਪਾਂ ਉਸ ਪਰਸਨ ਨੂੰ ਲਿਖਦੇ ਆ ਜਿਸ ਪਰਸਨ ਨੂੰ ਆਪਾਂ ਜਾਣਦੇ ਨਹੀਂ ਹੈਗੇ ਉਹ ਸਾਡਾ ਦੋਸਤ ਰਿਲੇਟਿਵ ਨਹੀਂ ਆ ਹੁਣ ਕਿਸ ਤਰ੍ਹਾਂ ਆਇਡੈਂਟੀਫਾਈ ਕਰਾਂਗੇ ਇਹ ਲੈਟਰਸ ਆਪਾਂ ਕਿਸ ਤਰ੍ਹਾਂ ਦੇ ਪਰਸਨਸ ਨੂੰ ਲਿਖਦੇ ਆ ਕਸਟਮਰ ਸਰਵਿਸ ਫॉर ਐਗਜ਼ਾਮਪਲ ਆਪਾਂ ਚਾਹੇ ਇੰਸ਼ੋਰੈਂਸ ਦੇ ਰਿਲੇਟਡ ਹੋਵੇ ਚਾਹੇ ਉਹ ਏਅਰਟੈਲ ਵਾਲੇ ਹੋਣ ਜਦੋਂ ਆਪਾਂ ਉਹਨਾਂ ਨੂੰ ਈਮੇਲ ਲਿਖਦੇ ਆ ਜਾਂ ਲੈਟਰ ਲਿਖਦੇ ਆ ਸਾਨੂੰ ਨਹੀਂ ਪਤਾ ਕਿ ਸਾਹਮਣੇ ਵਾਲਾ ਪਰਸਨ ਕੌਣ ਆ ਅਸੀਂ ਨਹੀਂ ਉਹਨੂੰ ਜਾਣਦੇ ਸਾਨੂੰ ਉਹਦਾ ਨਾਮ ਤੱਕ ਨਹੀਂ ਪਤਾ ਹੈਗਾ ਠੀਕ ਹੈ ਤੇ ਜਦੋਂ ਅਸੀਂ ਉਸ ਪਰਸਨ ਨੂੰ ਲਿਖਦੇ ਆ ਉਸ ਟਾਈਮ ਆਪਾਂ ਫੁੱਲ ਆਫ ਰਿਸਪੈਕਟ ਦੇ ਨਾਲ ਆਪਣੀ ਰਿਕੁਐਸਟ ਰੱਖਦੇ ਹਾਂ ਜਾਂ ਫਿਰ ਕੋਈ ਉਹਨਾਂ ਤੋਂ ਇਨਫੋਰਮੇਸ਼ਨ ਮੰਗਦੇ ਹਾਂ ਐਂਡ ਵੀ ਡੋਂਟ ਨੋ ਦੈਟ ਪਰਸਨ ਅਗੇਨ ਕੋਈ ਲੋਕਲ ਕਾਉਂਸਲ ਠੀਕ ਹੈ ਕੋਈ ਕਮਿਊਨਿਟੀ ਹਾਲਸ ਵਗੈਰਾ ਦੇ ਲਈ ਵੀ ਡੋਂਟ ਨੋ ਕਿ ਉਹ ਕੌਣ ਹੈ ਸਾਹਮਣੇ ਵਾਲਾ ਪਰਸਨ ਠੀਕ ਹੈ ਹੋਟਲ ਮੈਨੇਜਰਸ ਸਾਨੂੰ ਨਹੀਂ ਪਤਾ ਹੁੰਦਾ ਕਿ ਉਹ ਕੌਣ ਹੁੰਦੇ ਆ ਸੋ ਇਸ ਤਰ੍ਹਾਂ ਦੇ ਪਰਸਨ ਨੂੰ ਕਿਸੇ ਆਰਗੇਨਾਈਜੇਸ਼ਨ ਨੂੰ ਜਦੋਂ ਆਪਾਂ ਕੋਈ ਲੈਟਰ ਲਿਖਦੇ ਹਾਂ ਇਹ ਸਾਰੀਆਂ ਫਾਰਮਲ ਲੈਟਰ ਦਾ ਪਾਰਟ ਆਉਂਦੀਆਂ ਤੇ ਫਾਰਮਲ ਲੈਟਰ ਦੇ ਵਿੱਚ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਤੁਸੀਂ ਉਹਨੂੰ ਪਹਿਲਾਂ ਆਇਡੈਂਟੀਫਾਈ ਕਰਨਾ ਕਿ ਤੁਸੀਂ ਪਰਸਨ ਨੂੰ ਨਹੀਂ ਜਾਣਦੇ ਅਗੇਨ ਸੈਂਟੈਂਸ ਤੁਹਾਡੇ ਲਾਰਜ ਐਂਡ ਕੰਪਲੈਕਸ ਰਿਸਪੈਕਟ ਵਾਲੀ ਤੁਹਾਡੀ ਰਾਈਟਿੰਗ ਟੋਨ ਹੋਣੀ ਚਾਹੀਦੀ ਹੈ ਮੂਵਿੰਗ ਔਨ ਜਿਹੜੀ ਫਾਰਮਲ ਲੈਟਰ ਆ ਉਹ ਆਪਾਂ ਸਟਾਰਟਿੰਗ ਕਿਸ ਤਰ੍ਹਾਂ ਕਰਦੇ ਹਾਂ ਗਾਈਜ਼ ਫਾਰਮਲ ਲੈਟਰ ਦੇ ਵਿੱਚ ਲਾਈਕ ਆਈ ਟੋਲਡ ਯੂ ਕਿ ਆਪਾਂ ਨੂੰ ਨਹੀਂ ਪਤਾ ਸਾਹਮਣੇ ਵਾਲਾ ਇਨਸਾਨ ਕੌਣ ਆ ਸੋ ਆਪਾਂ ਉਹਨਾਂ ਨੂੰ ਡੀਅਰ ਸਰ Dear madam ਜਾਂ ਫਿਰ dear sir or madam ਇਸ ਤਰ੍ਹਾਂ ਬੋਲਾਂਗੇ ਤੇ ਜਦੋਂ ਆਪਾਂ ਉਸ ਲੈਟਰ ਦੀ ਕਲੋਜ਼ਿੰਗ ਕਰਨੀ ਆ ਐਂਡ ਦੇ ਵਿੱਚ ਆਪਾਂ ਲਿਖਣਾ ਹੈ yours faithfully ਤੇ ਥੱਲੇ ਜਿਹੜਾ ਨੇਮ ਲਿਖਣਾ ਹੈ ਤੁਸੀਂ ਫੁੱਲ ਨੇਮ ਲਿਖਣਾ ਹੈ ਠੀਕ ਹੈ ਸਿਰਫ ਆਪਣਾ ਫਰਸਟ ਨੇਮ ਨਹੀਂ ਲਿਖਣਾ ਤੁਸੀਂ ਆਪਣਾ ਕੰਪਲੀਟ ਫੁੱਲ ਨੇਮ ਲਿਖਣਾ ਹੈ ਤੁਸੀਂ ਆਪਣਾ ਖੁਦ ਦਾ ਨਾਮ ਵੀ ਲਿਖ ਸਕਦੇ ਆ ਐਂਡ ਯੂ ਕੈਨ ਆਲਸੋ ਮੇਡ ਅਪ ਅ ਨੇਮ ਔਰ ਇਨਵੈਸਟਰ ਨੇਮ ਤੁਸੀਂ ਕੋਈ ਵੀ ਨਾਮ ਲਿਖਣਾ ਹੈ ਬਟ ਫੁੱਲ ਲਿਖਣਾ ਹੈ ਤੁਸੀਂ ਕਿਸੇ ਹੋਰ ਦਾ ਵੀ ਲਿਖ ਸਕਦੇ ਆ ਐਂਡ ਤੁਸੀਂ ਆਪਣਾ ਖੁਦ ਦਾ ਵੀ ਲਿਖ ਸਕਦੇ ਕੋਈ ਪ੍ਰੋਬਲਮ ਨਹੀਂ ਹੈ ਸੋ ਮੇਕ ਸ਼ੋਰ ਸਟਾਰਟਿੰਗ ਸਰ ਮੈਡਮ ਸਰ ਔਰ ਮੈਡਮ ਐਂਡ ਦੈਨ ਕਲੋਜ਼ਿੰਗ ਯੂ ਹੈਵ ਟੂ ਆਲਵੇਜ਼ ਡੂ ਵਿਦ yours faithfully ਸੋ ਜੇ ਤੁਹਾਨੂੰ ਫਾਰਮਲ ਲੈਟਰ ਆਉਂਦੀ ਆ ਤੁਸੀਂ ਉਹਨੂੰ ਆਇਡੈਂਟੀਫਾਈ ਕਰੋ ਇਸ ਤਰ੍ਹਾਂ ਤੁਸੀਂ ਉਹਦੀ ਸਟਾਰਟਿੰਗ ਕਰਨੀ ਆ ਤੇ ਇਸ ਤਰ੍ਹਾਂ ਤੁਸੀਂ ਉਹਦੀ ਕਲੋਜ਼ਿੰਗ ਕਰਨੀ ਆ no other words okay let's move on to semi formal letters semi formal ਦਾ ਕੀ ਮਤਲਬ ਹੋਇਆ ਕਿ ਨਾ ਪੂਰੀ ਫਾਰਮਲ ਆ ਨਾ ਪੂਰੀ ਇਨਫਾਰਮਲ ਆ semi formal ਆ in between the formal and informal semi formal letters ਆਪਾਂ ਕਿਹਨਾਂ ਇਨਸਾਨਾਂ ਨੂੰ ਭੇਜਦੇ ਹਾਂ ਜਿਨ੍ਹਾਂ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਨਹੀਂ ਜਾਣਦੇ ਬਟ ਆਪਾਂ ਨੂੰ ਐਟਲੀਸਟ ਉਹਨਾਂ ਦਾ ਨਾਮ ਪਤਾ ਹੁੰਦਾ ਹੈ ਜਾਂ ਥੋੜੀ ਬਹੁਤ ਇੰਟਰੈਕਸ਼ਨ ਹੋਈ ਹੁੰਦੀ ਹੈ ਆਪਾਂ ਉਹਨਾਂ ਨੂੰ ਥੋੜਾ ਬਹੁਤਾ ਜਾਣਦੇ ਹੁੰਦੇ ਹਾਂ ਠੀਕ ਹੈ ਐਂਡ ਇਹ ਵਾਲੀ ਜਿਹੜੀ ਲੈਟਰ ਆ ਇਹ ਥੋੜੀ ਜ਼ਿਆਦਾ ਪੋਲਾਈਟ ਹੁੰਦੀ ਆ
ਸੋ ਜਿਹੜੀ ਇਨਫੋਰਮਲ ਲੈਟਰ ਪੂਰੀ ਕੈਜੂਅਲ ਹੁੰਦੀ ਹੈ, ਜਿਹੜੀ ਫਾਰਮਲ ਆ ਉਹ ਫੁੱਲ ਆਫ ਰਿਸਪੈਕਟ ਹੁੰਦੀ ਹੈ, ਇਹ ਉਹਦੇ ਇਨ ਬਿਟਵੀਨ ਆ ਜਾਂਦੀ ਹੈ। ਇਹਦੇ ਵਿੱਚ ਤੁਹਾਡੀ ਜਿਹੜੀ ਟੋਨ ਆ ਉਹ ਮੋਰ ਪੋਲਾਈਟ ਹੁੰਦੀ ਆ, ਤੁਸੀਂ ਇਹਨੂੰ ਇੱਕ ਨਿਊਟਰਲ ਸਟਾਈਲ ਦੇ ਵਿੱਚ ਲਿਖਦੇ ਆ। ਫਾਰਮਲ ਲੈਟਰ ਦਾ ਇੱਕ ਆਪਣਾ ਸਟੈਂਡਰਡ ਆ, ਇੱਕ ਆਪਣਾ ਫਾਰਮੈਟ ਆ ਜੋ ਆਪਾਂ ਯੂਜ਼ ਕਰਨਾ। ਸੈਮੀ ਫਾਰਮਲ ਉਹਦੇ ਇਨ ਬਿਟਵੀਨ ਆ ਗਿਆ, ਠੀਕ ਹੈ। ਇਹ ਨਾ ਟੂ ਫਾਰਮਲ ਹੁੰਦੀ ਆ, ਨਾ ਟੂ ਇਨਫਾਰਮਲ ਹੁੰਦੀ ਆ। ਇਹਦੇ ਵਿੱਚ ਜਿਹੜੇ ਤੁਸੀਂ ਸੈਂਟੈਂਸ ਯੂਜ਼ ਕਰਨੇ ਆ ਉਹ ਲਾਰਜ ਐਂਡ ਸ਼ਾਰਟ ਬੋਥ। ਹੁਣ ਇਹ ਵਾਲੀਆਂ ਲੈਟਰਸ ਆਪਾਂ ਕਿੱਦਾਂ ਆਇਡੈਂਟੀਫਾਈ ਕਰਾਂਗੇ, ਕਿਹਨਾਂ ਨੂੰ ਲਿਖ ਸਕਦੇ ਹਾਂ? ਗਾਈਜ਼, ਲੈਂਡਲॉर्ड, ਇਫ ਵੀ ਆਰ ਲਿਵਿੰਗ ਔਨ ਅ ਰੈਂਟਡ ਪਲੇਸ, ਜਿਹੜੇ ਸਾਡੇ ਲੈਂਡਲॉर्ड ਆ, ਆਪਣੀ ਉਹਨਾਂ ਨਾਲ ਬਹੁਤ ਜ਼ਿਆਦਾ ਇੰਟਰੈਕਸ਼ਨ ਨਹੀਂ ਹੁੰਦੀ, ਆਪਾਂ ਉਹਨਾਂ ਨਾਲ ਆਪਣੀ ਪਰਸਨਲ ਲਾਈਫਸ ਡਿਸਕਸ ਨਹੀਂ ਕਰਦੇ, ਬਟ ਐਟਲੀਸਟ ਆਪਾਂ ਨੂੰ ਇਹ ਤਾਂ ਪਤਾ ਹੁੰਦਾ ਨਾ ਕਿ ਆਪਣਾ ਲੈਂਡਲॉर्ड ਕੌਣ ਆ ਜਾਂ ਕਿੱਥੇ ਰਹਿੰਦਾ ਹੈ, ਬਿਕੋਜ਼ ਵੀ ਆਰ ਪੇਇੰਗ ਦੈਮ ਅ ਰੈਂਟ, ਵੀ ਨੋ ਵੀ ਆਰ ਲਿਵਿੰਗ ਇਨ ਹਿਸ ਪਲੇਸ। ਨੇਬਰਸ, ਆਪਣੇ ਜਿਹੜੇ ਨੇਬਰਸ ਹੁੰਦੇ ਆ, ਠੀਕ ਹੈ, ਉਹ ਹੋ ਗਿਆ। ਮੈਨੇਜਰ, ਜੇ ਤੁਸੀਂ ਕਿਸੇ ਕੰਪਨੀ 'ਚ ਕੰਮ ਕਰ ਰਹੇ ਹੋ, ਤੁਹਾਡੇ ਜਿਹੜੇ ਸੁਪੀਰੀਅਰਸ ਹੋ ਗਏ, ਤੁਹਾਡੇ ਜਿਹੜੇ ਮੈਨੇਜਰਸ ਹੋ ਗਏ, ठीक है। यू आर नॉट डिस्कसिंग योर होल पर्सनल लाइफ, योर सोशल लाइफ विद दैम, बट एटलीस्ट यू नो देयर नेम, हू दे आर, ठीक है। सो इत्थे भी एक सेंस ऑफ रिस्पैक्ट, बट काइंड ऑफ यू नो दैट पर्सन, क्योंकि तुहाडी इंटरैक्शन होई हुई है। तुहाडे टीचर, तुहाडे ट्यूटर हो गए, तुसीं उन्हां नाल बिल्कुल यारा दोस्तां वांगू नहीं कर सकते, बट स्टिल यू हैव टू गिव दैम रिस्पैक्ट, but you know them, somewhere you discuss your apni study with them and everything, so you interact with them. So the persons you know, you don't know very well, but you know them and you know their names, so that is a semi formal letter. So ਤੁਸੀਂ ਇਸ ਤਰ੍ਹਾਂ ਆਇਡੈਂਟੀਫਾਈ ਕਰਨਾ ਕਿ ਜੇ ਇਹਨਾਂ ਵਿੱਚੋਂ ਕਿਸੇ ਨੂੰ ਲੈਟਰ ਲਿਖਣ ਤੇ ਆਉਂਦੀ ਆ, then that will be your semi formal letter. Moving on, ਕਿ ਆਪਾਂ ਜਿਹੜੀ semi formal letter ਆ ਉਹਦੀ ਸਟਾਰਟਿੰਗ ਕਿਸ ਤਰ੍ਹਾਂ ਕਰਦੇ ਹਾਂ। ਹੁਣ ਇੱਥੇ ਆਪਾਂ ਨੂੰ ਉਸ ਪਰਸਨ ਦਾ ਨਾਮ ਪਤਾ ਹੈ, ਸੋ ਵੀ ਕੈਨ ਸੇ ਡੀਅਰ ਮਿਸਟਰ ਸਟਾਰਕ, ਵੀ ਕੈਨ ਯੂਜ਼ ਦੇਅਰ ਲਾਸਟ ਨੇਮ। ਜਦੋਂ ਆਪਾਂ ਮਿਸਟਰ ਲਿਖ ਰਹੇ ਹਾਂ, ਨਾਲ ਆਪਾਂ ਉਹਨਾਂ ਦਾ ਲਾਸਟ ਨੇਮ ਲਿਖਣਾ ਆ, ਜਿਹਨੂੰ ਆਪਾਂ ਸਰ ਨੇਮ ਵੀ ਕਹਿੰਦੇ ਹਾਂ, ਠੀਕ ਹੈ। ਮਿਸਿਸ ਪੋਟਸ, ਡੀਅਰ ਮਿਸ ਕੌਰ, ਸੋ ਜੋ ਵੀ ਉਹਦੀ ਹੈਗੀ ਸੈਲੂਟੇਸ਼ਨ ਤੁਸੀਂ ਉਹ ਲਗਾਣੀ ਆ। ਜੇ ਮੇਲ ਆ ਤਾਂ ਮਿਸਟਰ, ਮਿਸਿਸ, ਮਿਸ, ਐਂਡ ਜੇ ਤੁਸੀਂ ਮਿਸਟਰ, ਮਿਸਿਸ ਜਾਂ ਫਿਰ ਮਿਸ ਇੱਦਾਂ ਦਾ ਕੁਛ ਨਹੀਂ ਲਗਾਉਣਾ, ਫਿਰ ਤੁਸੀਂ ਉਹਨਾਂ ਦਾ ਕੰਪਲੀਟ ਨੇਮ ਵੀ ਲਿਖ ਸਕਦੇ ਆ, ਜਿੱਦਾਂ ਡੀਅਰ ਜੌਨ ਸਮਿਥ, ਸੋ ਤੁਸੀਂ ਉਹਨਾਂ ਦਾ ਫੁੱਲ ਨੇਮ ਵੀ ਇੱਥੇ ਲਿਖ ਸਕਦੇ ਆ। ਸੋ ਜੇ ਤੁਸੀਂ ਡੀਅਰ ਮਿਸ ਕੌਰ ਨਹੀਂ ਲਗਾਉਣਾ, ਤੁਸੀਂ ਉਹਦੀ ਜਗ੍ਹਾ ਡੀਅਰ ਸਿਮਰਨ ਕੌਰ, ਜੇ ਤੁਸੀਂ ਡੀਅਰ ਮਿਸਿਸ ਪੋਟਸ ਨਹੀਂ ਲਗਾਉਣਾ, ਤੁਸੀਂ ਡੀਅਰ ਪੈਪਰ ਪੋਟਸ, ਤੇ ਜੇ ਡੀਅਰ ਮਿਸਟਰ ਸਟਾਰਕ, ਤੇ ਜੇ ਤੁਸੀਂ ਮਿਸਟਰ ਨਹੀਂ ਲਗਾਉਣਾ, ਦੈਨ ਯੂ ਹੈਵ ਟੂ ਰਾਈਟ ਅ ਫੁੱਲ ਨੇਮ, ਡੀਅਰ ਟੋਨੀ ਸਟਾਰਕ। ਸੋ ਇਸ ਤਰ੍ਹਾਂ ਤੁਸੀਂ ਸੈਮੀ ਫਾਰਮਲ ਲੈਟਰ ਦੀ ਸਟਾਰਟਿੰਗ ਕਰਨੀ ਆ, ਤੇ ਐਂਡਿੰਗ ਦੇ ਵਿੱਚ ਤੁਸੀਂ ਹਮੇਸ਼ਾ ਲਿਖਣਾ ਆ yours sincerely, ਤੇ yours sincerely ਲਿਖ ਕੇ ਅਗੇਨ ਇੱਥੇ ਤੁਸੀਂ ਆਪਣਾ ਫੁੱਲ ਨੇਮ ਲਗਾਉਣਾ ਹੈ। ਹੁਣ ਫਾਰਮਲ ਲੈਟਰ ਦੇ ਵਿੱਚ ਵੀ ਤੁਸੀਂ ਆਪਣਾ ਫੁੱਲ ਨੇਮ ਲਗਾਉਣਾ ਹੈ, ਤੇ ਸੈਮੀ ਫਾਰਮਲ ਦੇ ਵਿੱਚ ਵੀ ਤੁਸੀਂ ਆਪਣਾ ਫੁੱਲ ਨੇਮ ਲਗਾਉਣਾ ਹੈ ਐਟ ਦੀ ਕਲੋਜ਼ਿੰਗ। ਉੱਥੇ your faithfully ਸੀਗਾ, ਇੱਥੇ your sincerely ਆ, ठीक है। Now let's move on to the third one, and the third one is informal letter. ਜਿਹੜੀਆਂ informal letters ਆ ਉਹ ਆਪਾਂ ਕਿਹਨਾਂ ਨੂੰ ਲਿਖਦੇ ਆ? To our friends, relatives, the persons you know very well. ਇਹ ਤੁਸੀਂ ਉਹਨਾਂ ਪਰਸਨਸ ਨੂੰ ਲਿਖਦੇ ਆ ਜਿਨ੍ਹਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਤੁਸੀਂ ਆਪਣੀ ਸੋਸ਼ਲ ਤੇ ਪ੍ਰਾਈਵੇਟ ਲਾਈਫ ਸ਼ੇਅਰ ਕਰਦੇ ਆ, ਠੀਕ ਹੈ। ਇਨਫੋਰਮਲ ਲੈਟਰਸ ਨੂੰ ਆਪਾਂ ਪਰਸਨਲ ਲੈਟਰਸ ਵੀ ਕਹਿੰਦੇ ਆ। ਇਹ ਜਿਹੜੀ ਲੈਟਰ ਆ ਇਹ ਮੋਰ ਕੈਜੂਅਲ ਤੇ ਇਮੋਸ਼ਨਲ ਹੁੰਦੀ ਆ। ਤੁਸੀਂ ਆਪਣੇ ਦੋਸਤਾਂ ਤੋਂ ਮਾਫੀ ਵੀ ਮੰਗ ਰਹੇ ਹੋਵੋਗੇ, ਉਹਨਾਂ ਨੂੰ ਕੋਈ ਇਸੇ ਚੀਜ਼ ਤੇ ਪਾਰਟੀ ਤੇ ਇਨਵਾਈਟ ਵੀ ਕਰ ਰਹੇ ਹੋਵੋਗੇ, ਪਲੱਸ ਜਾਂ ਉਹਨਾਂ ਨੂੰ ਦੱਸ ਰਹੇ ਹੋਵੋਗੇ ਕਿ ਅਸੀਂ ਆ ਰਹੇ ਹਾਂ ਵਿਦ ਯੋਰ ਕਜ਼ਨਸ ਔਰ ਰਿਲੇਟਿਵਸ। ਸੋ ਇਹ ਵਾਲੀਆਂ ਲੈਟਰਸ ਅਗੇਨ ਧਿਆਨ 'ਚ, ਇੱਥੇ ਆਪਾਂ ਪਰਸਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਉਹਨਾਂ ਦੇ ਨਾਲ ਆਪਣਾ ਇੱਕ ਕੈਜੂਅਲ ਰਿਲੇਸ਼ਨਸ਼ਿਪ ਆ, ਉਹਨਾਂ ਦੇ ਨਾਲ ਆਪਾਂ ਪਰਸਨਲ ਤੇ ਸੋਸ਼ਲ ਲਾਈਫ ਡਿਸਕਸ ਕਰਦੇ ਹਾਂ, ਵੀ ਨੋ ਅਬਾਊਟ ਈਚ ਅਦਰ ਵੈਰੀ ਵੈਲ, ਠੀਕ ਹੈ। ਤੇ ਇਹਦੇ ਵਿੱਚ ਜਿਹੜੀ ਤੁਸੀਂ ਵੋਕੈਬਲਰੀ ਯੂਜ਼ ਕਰਨੀ ਆ, ਸਿੰਪਲ ਯੂਜ਼ ਕਰ ਸਕਦੇ ਆ, ਜਿਹੜੇ ਤੁਹਾਡੇ ਸੈਂਟੈਂਸ ਹੋਗੇ ਉਹਨਾਂ ਨੂੰ ਤੁਸੀਂ ਸ਼ਾਰਟ ਐਂਡ ਸਮੌਲ ਰੱਖ ਸਕਦੇ ਆ, ਤੇ ਇਹਦੀ ਜਿਹੜੀ ਟੋਨ ਹੋਊਗੀ ਉਹ ਰਿਸਪੈਕਟ ਵਾਲੀ ਨਹੀਂ, ਉਹ ਮੋਰ ਆਫ ਹੀ ਕੈਜੂਅਲ ਐਂਡ ਇਮੋਸ਼ਨਲ ਟੋਨ ਹੋਊਗੀ, ਬਿਕੋਜ਼ ਯੂ ਨੋ ਦੈਟ ਪਰਸਨ। ਹੁਣ
ਆਇਡੈਂਟੀਫਾਈ ਕਿਹੜੇ ਪਰਸਨ ਇਹ ਹੋ ਸਕਦੇ ਆ ਗਾਈਜ਼, ਤੁਹਾਡੇ ਫਰੈਂਡਸ, ਤੁਹਾਡੇ ਦੋਸਤ, ਬ੍ਰਦਰ ਸਿਸਟਰ, ਸਿਬਲਿੰਗਸ, ਠੀਕ ਹੈ, ਰਿਲੇਟਿਵਸ, ਕਜ਼ਨਸ। ਇਹ ਸਾਰੇ ਪਰਸਨਸ ਉਹ ਨੇ ਜਿਨ੍ਹਾਂ ਨੂੰ ਤੁਸੀਂ ਪਰਸਨਲੀ ਜਾਣਦੇ ਆ ਫਰੋਮ ਅ ਲੌਂਗ ਟਾਈਮ। ਨਾਓ ਮੂਵਿੰਗ ਔਨ ਟੂ ਆਪਾਂ ਇਹਦੀ ਸਟਾਰਟਿੰਗ ਜਾਂ ਐਂਡਿੰਗ ਕਿਸ ਤਰ੍ਹਾਂ ਕਰਨੀ ਆ। ਇਨਫੋਰਮਲ ਲੈਟਰ ਦੇ ਵਿੱਚ ਜਿਹੜੀ ਸਟਾਰਟਿੰਗ ਕਰਨੀ ਆ, ਤੁਸੀਂ ਸਿੱਧਾ ਸਟਾਰਟ ਕਰ ਸਕਦੇ ਆ, ਹਾਈ ਸੈਮ। ਫਸਟ ਨੇਮ ਯੂਜ਼ ਕਰੋ। ਤੁਹਾਨੂੰ ਹੁਣ ਇੱਥੇ ਕੋਈ ਲਾਸਟ ਨੇਮ ਯੂਜ਼ ਕਰਨ ਦੀ ਜਾਂ ਫੁੱਲ ਨੇਮ ਯੂਜ਼ ਕਰਨ ਦੀ ਕੋਈ ਲੋੜ ਨਹੀਂ ਆ। ਤੁਸੀਂ ਹਾਈ ਸੈਮ, ਹੈਲੋ ਡੇਵਿਡ, ਹੇ ਮੈਰੀ, ਜਾਂ ਫਿਰ ਜੇ ਤੁਸੀਂ ਹਾਈ ਹੈਲੋ ਹੇ ਨਹੀਂ ਵੀ ਲਗਾਉਣਾ, ਤੁਸੀਂ ਸਿੱਧਾ ਨੇਮ ਵੀ ਲਿਖ ਸਕਦੇ ਆ, ਸੈਮ। ਜਿਸ ਤਰ੍ਹਾਂ ਆਪਾਂ ਉਹਨਾਂ ਨੂੰ ਬੁਲਾਉਂਦੇ ਆ ਉਸ ਤਰ੍ਹਾਂ। ਸੋ ਦਿਸ ਇਜ਼ ਇਨਫੋਰਮਲ ਲੈਟਰ ਦੀ ਸਟਾਰਟਿੰਗ ਦੇ ਵਿੱਚ ਤੁਸੀਂ ਹਾਈ, ਹੈਲੋ, ਹੇ ਇਸ ਤਰ੍ਹਾਂ ਯੂਜ਼ ਕਰ ਸਕਦੇ ਆ। ਜਿਹੜੀ ਕਲੋਜ਼ਿੰਗ ਆ, ਕਲੋਜ਼ਿੰਗ ਦੇ ਵਿੱਚ ਯੂ ਕੈਨ ਯੂਜ਼ ਸੀ ਯੂ ਸੂਨ, ਠੀਕ ਹੈ। ਜੇ ਉਹ ਲੈਟਰ ਦੇ ਵਿੱਚ ਇਸ ਤਰ੍ਹਾਂ ਦਾ ਕੁਐਸਚਨ ਆ ਕਿ ਤੁਸੀਂ ਉਹਨੂੰ ਮਿਲਣ ਜਾ ਰਹੇ, ਯੂ ਕੈਨ ਸੇ ਸੀ ਯੂ ਸੂਨ, ਜਾਂ ਫਿਰ ਟੇਕ ਕੇਅਰ, ਖਿਆਲ ਰੱਖਣਾ, ਬੈਸਟ ਵਿਸ਼ੇਸ, ਬੈਸਟ ਰਿਗਾਰਡਸ, ਕਾइंड ਰਿਗਾਰਡਸ, ਮੈਨੀ ਥੈਂਕਸ। ਤੁਸੀਂ ਇਹ ਸਾਰੇ ਹੀ ਵਰਡ ਯੂਜ਼ ਕਰ ਸਕਦੇ ਆ ਟੂ ਡੂ ਦ ਕਲੋਜ਼ਿੰਗ ਆਫ ਯੋਰ ਲੈਟਰ। ਬਟ ਇਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਜਦੋਂ ਤੁਸੀਂ ਕਲੋਜ਼ਿੰਗ ਕਰਨੀ ਆ, ਉਸ ਤੋਂ ਬਾਅਦ ਵਿੱਚ ਤੁਸੀਂ ਆਪਣਾ ਸਿਰਫ ਫਸਟ ਨੇਮ ਲਿਖਣਾ ਹੈ। ਤੁਸੀਂ ਇੱਥੇ ਆਪਣਾ ਫੁੱਲ ਨੇਮ ਨਹੀਂ ਲਿਖਣਾ। ਜਿੱਦਾਂ ਸਟਾਰਟਿੰਗ ਦੇ ਵਿੱਚ ਤੁਸੀਂ ਆਪਣੇ ਫਰੈਂਡ, ਸਿਬਲਿੰਗ ਜਾਂ ਫਿਰ ਰਿਲੇਟਿਵ ਦਾ ਸਿਰਫ ਫਸਟ ਨੇਮ ਲਿਖ ਰਹੇ ਹੋ, ਜਿੱਦਾਂ ਹਾਈ ਸੈਮ, ਤੇ ਤੁਸੀਂ ਇਹਦੀ ਕਲੋਜ਼ਿੰਗ ਦੇ ਵਿੱਚ ਵੀ ਆਪਣਾ ਵੀ ਸਿਰਫ ਫਸਟ ਨੇਮ ਲਿਖਣਾ ਹੈ। ਜੇ ਤੁਹਾਡਾ ਫੁੱਲ ਨੇਮ ਹੈਗਾ ਹੈ ਕ੍ਰਿਸ ਐਵਨਸ, ਤੁਸੀਂ ਇਕੱਲਾ ਕ੍ਰਿਸ ਲਿਖ ਦਿਓ। ਸੋ ਇਹ ਹੈਗੇ ਡਿਫਰੈਂਸ। ਸੋ ਮੇਕ ਸ਼ੋਰ ਸਭ ਤੋਂ ਪਹਿਲਾਂ ਤੁਸੀਂ ਲੈਟਰ ਨੂੰ ਆਇਡੈਂਟੀਫਾਈ ਕਰਨਾ ਹੈ ਕਿ ਉਹ ਫਾਰਮਲ ਆ, ਸੈਮੀ ਆ, ਇਨਫੋਰਮਲ ਆ। ਫਿਰ ਉਹਦੇ ਬੇਸ ਦੇ ਉੱਪਰ ਤੁਸੀਂ ਉਹਦੀ ਸਟਾਰਟਿੰਗ ਤੇ ਤੁਸੀਂ ਉਹਦੀ ਕਲੋਜ਼ਿੰਗ ਕਰਨੀ ਆ। ਐਂਡ ਇੱਕ ਚੀਜ਼ ਹੋਰ, ਮਿਡਲ ਦੇ ਵਿੱਚ ਇਹ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਜਿਹੜੀਆਂ ਤੁਹਾਡੀਆਂ ਫਾਰਮਲ ਲੈਟਰਸ ਆ ਉਹਨਾਂ ਦੇ ਵਿੱਚ ਤੁਸੀਂ ਵੋਕੈਬਲਰੀ ਹੈਵੀ ਯੂਜ਼ ਕਰਨੀ ਆ, ਰਿਸਪੈਕਟ ਦੀ ਟੋਨ ਹੋਵੇ। ਸੈਮੀ ਦੇ ਵਿੱਚ ਨੋਰਮਲ, polite, neutral, informal ਦੇ ਵਿੱਚ casual and short। ਤੁਹਾਡੀ ਟੋਨ ਇਮੋਸ਼ਨਲ ਹੋਣੀ ਚਾਹੀਦੀ ਹੈ। ਸੋ ਦਿਸ ਇਜ਼ ਹਾਊ ਯੂ ਕੈਨ ਆਇਡੈਂਟੀਫਾਈ ਦ ਲੈਟਰਸ। ਸੋ ਤੁਹਾਨੂੰ ਜਦੋਂ ਕੋਈ ਵੀ ਕੁਐਸਚਨ ਆਉਂਦਾ ਹੈ, ਤੁਸੀਂ ਉਹਨੂੰ ਦੇਖ ਕੇ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰਨਾ ਹੈ ਕਿ ਇਹ ਕਿਹੜੇ ਟਾਈਪ ਦੀ ਲੈਟਰ ਆ, ਐਂਡ ਦੈਨ ਤੁਸੀਂ ਇਸ ਤਰ੍ਹਾਂ ਸਟਾਰਟਿੰਗ ਕਰਨੀ ਆ। ਫਿਰ ਆਪਣੀ ਉਸ ਲੈਟਰ ਦਾ ਮੇਨ ਪਾਰਟ ਲਿਖਣਾ ਐਂਡ ਜਿਸ ਤਰ੍ਹਾਂ ਤੁਹਾਨੂੰ ਹੁਣੇ ਮੈਂ ਵੀਡੀਓ ਦੇ ਵਿੱਚ ਦੱਸਿਆ ਉਸ ਤਰ੍ਹਾਂ ਤੁਸੀਂ ਉਹਦੀ ਕਲੋਜ਼ਿੰਗ ਕਰਨੀ ਆ। ਇਹ ਛੋਟੀਆਂ ਚੀਜ਼ਾਂ ਤੁਹਾਨੂੰ ਬਹੁਤ ਧਿਆਨ ਦੇਣ ਵਾਲੀਆਂ ਆ, ਬਹੁਤ ਧਿਆਨ ਦੇ ਵਿੱਚ ਰੱਖਣ ਵਾਲੀਆਂ, ਬਿਕੋਜ਼ ਤੁਹਾਡੇ ਛੋਟੇ ਜਿਹੜੇ ਮਾਰਕਸ ਕੱਟਦੇ ਆ, ਬੈਂਡਸ ਨਹੀਂ ਆ ਪਾਉਂਦੇ, ਕਈ ਵਾਰੀ 0.5 ਦਾ ਡਿਫਰੈਂਸ ਰਹਿ ਜਾਂਦਾ, ਉਹ ਕਈ ਵਾਰੀ ਇਸ ਤਰ੍ਹਾਂ ਦੀਆਂ ਹੀ ਛੋਟੀਆਂ ਚੀਜ਼ਾਂ ਦੇ ਨਾਲ ਹੁੰਦੇ ਆ। ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਫॉर ਦਿਸ। ਸੋ ਇਸ ਤਰ੍ਹਾਂ ਤੁਹਾਨੂੰ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰਨਾ ਹੈ ਕਿ ਤੁਸੀਂ ਕਿਹੜੀ ਲੈਟਰ ਲਿਖਣੀ ਆ, ਐਂਡ ਦੈਨ ਯੂ ਹੈਵ ਟੂ ਸਟਾਰਟ ਵਰਕ ਔਨ ਇਟ। 160 to 180 words likhne hai to be safe in this. I hope you like this video. Please hit the like button. Also subscribe our channel for all the upcoming videos. Hit the bell icon so you get all the notifications. Thank you students for watching this video.